ਕਲੇਰ जुड़े ने अकाली दल के स्पोक्सपर्सन ने। कलेर साहब, चिट्ठी जिसका जिक्र हो रहा सी मीडिया सब तो ज़्यादा, चिट्ठी का कुछ पोर्शन 2-3 पेज ने ਜਿਹੜੇ सामने आए ने, साढ़े कोल भी ਜਿਹੜੇ पहुंचे ने, पूरी चिट्ठी किसी कोल भी नहीं आई, पर उस चिट्ठी का जिक्र सीएम ने अज किया। जो सवाल पूछे गए ये उन्होंने जरूर कहा कि चिट्ठी लीक किवें हुई, असीं इसकी पड़ताल करांगे, FIR दर्ज करांगे कि चिट्ठी लीक नहीं होनी चाहिए। पर नाल दी नाल उन्होंने कहा कि वो पोर्शन लीक होया जिहड़ा किसी नूं परसनली सूट करता है। ਜਿਹੜੇ ਬੰਦੇ ਪਿਛਲੇ ਦਿਨੀ ਹਾਈ ਕੋਰਟ ਜਿਨ੍ਹਾਂ ਨੇ ਅਪਰੋਚ ਕੀਤੀ ਹੈ, ਯਾਨੀ ਉਹਨਾਂ ਨੇ ਨਾਮ ਨਹੀਂ ਲਿਆ, ਪਰ ਮੈਂ ਸਿੱਧਾ ਕਹੂੰਗਾ ਵੀ ਇਸ਼ਾਰਾ ਉਹਨਾਂ ਨੇ ਅਕਾਲੀ ਦਲ ਦੇ ਆਗੂਆਂ ਵੱਲ ਹੀ ਕੀਤਾ। ਵਿਜੇਪਾਲ ਜੀ, ਅੱਜ ਇੱਕ ਗੱਲ ਬੜੀ ਸਪਸ਼ਟ ਹੋ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਪੰਜਾਬ ਦੀ ਕਾਂਗਰਸ ਸਰਕਾਰ ਕਰ ਰਹੀ ਹੈ ਆਪਣੀ ਸਿਆਸੀ ਕਿਹੜਾ ਕੱਢਣ ਦੇ ਲਈ, ਔਰ ਉਸੇ ਦੇ ਤਹਿਤ ਅਫਸਰਾਂ ਨੂੰ ਉਹ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਿਹੜਾ ਕਿ ਕਾਨੂੰਨ ਨਹੀਂ ਅਲਾਉ ਕਰਦਾ, ਉਹਨਾਂ ਦੀ ਜ਼ਮੀਰ ਨਹੀਂ ਅਲਾਉ ਕਰਦੀ। ਔਰ ਇੱਕ ਹੋਰ ਗੱਲ ਹੋਈ ਹੈ ਕਿ ਚੰਨੀ ਸਾਹਿਬ ਨੇ ਮੰਨ ਲਿਆ, ਇਹ ਜਿਹੜੀ ਕੱਲ ਦੀ ਮੀਡੀਆ ਪਲੇਟਫਾਰਮ 'ਚ ਇੱਕ ਚਿੱਠੀ ਸੀ, ਅੱਜ ਸੀਐਮ ਨੇ ਐਂਡੋਰਸ ਕਰਤੀ ਕਿ ਨੋਟਿੰਗ ਅਸਥਾਨਾ ਸਾਹਿਬ ਦੀ ਹੈ। ਔਰ ਅਗਰ ਹੁਣ ਇਸ ਨੋਟਿੰਗ ਦੀ ਗੱਲ ਆ ਗਈ ਹੈ ਤਾਂ ਜਿਹੜੇ 8 ਨੁਕਤੇ ਅਸਥਾਨਾ ਸਾਹਿਬ ਨੇ ਚੱਕੇ ਨੇ, ਮੈਨੂੰ ਲੱਗਦਾ ਕਿ ਅੱਜ ਸਰਕਾਰ ਉਹਨਾਂ ਦਾ ਜਵਾਬ ਦੇਣ ਤੋਂ ਭੱਜ ਗਈ ਹੈ। ਕਿਸੇ ਕੋਲੇ ਜਵਾਬ ਨਹੀਂ ਹੈਗਾ, ਕਿਉਂਕਿ ਇਹ ਸਾਰਾ ਕੁਝ ਇੱਕ ਛੜਯੰਤਰ ਦੇ ਤਹਿਤ ਕੀਤਾ ਜਾ ਰਿਹਾ ਹੈ। ਕਿਉਂਕਿ ਇਸ ਤਾਂ ਬੜੇ ਸਪਸ਼ਟ ਤੌਰ ਤੇ ਕਹਿੰਦੇ, ਅੱਜ ਹਾਈ ਕੋਰਟ ਦਾ ਵੀ ਜ਼ਿਕਰ ਕੀਤਾ ਚੰਨੀ ਸਾਹਿਬ ਨੇ, ਤਾਂ ਇਸੇ ਹਾਈ ਕੋਰਟ ਦੇ ਵਿੱਚ ਇੱਕ ਸਿੱਟ ਬਣਾਈ ਸੀ, ਹਾਈ ਕੋਰਟ ਦੀ ਨਿਗਰਾਨੀ ਨੀਚੇ ਬਣੀ ਹੋਈ ਹੈ, ਜਿਹਦੇ 'ਚ ਆਪਣੇ ਈਸ਼ਵਰ ਸਿੰਘ IG ਸਾਹਿਬ, ਵੀ ਨੀਰਜਾ ਮੈਡਮ ਤੇ ਨਗੇਸ਼ਵਰ ਰਾਓ ਸਾਹਿਬ ਸੀ। ਉਹਨਾਂ ਨੇ 10 ਚਲਾਨ ਦਿੱਤੇ ਨੇ, ਉਹ ਹਾਈ ਕੋਰਟ ਦੀ ਸੁਪਰਵਿਜ਼ਨ 'ਚ ਹੋਇਆ। ਤਾਂ ਕੀ ਹੁਣ ਸਰਕਾਰ ਦੇ ਇੱਕ BIO ਦੇ ਚੀਫ, ਇੱਕ ADGP ਲੈਵਲ ਉਸ ਹਾਈ ਕੋਰਟ ਦੀ ਇਨਕੁਆਇਰੀ ਜਿਹੜੀ ਹਾਈ ਕੋਰਟ ਨੇ ਆਪਣੀ ਸੁਪਰਵਿਜ਼ਨ ਦੇ ਨੀਚੇ ਕਰਾਈ, ਉਹਨੂੰ ਸੁਪਰਸੀਡ ਕਰ ਸਕਦੇ ਨੇ? ਔਰ ਦੂਸਰੀ ਵੱਡੀ ਗੱਲ ਹੈ ਕਿ ਕੀ ਐਸੀ ਮਜਬੂਰੀ ਹੈ ਸਰਕਾਰ ਦੀ ਵਿਜੇਪਾਲ ਜੀ ਕਿ 3 ਤੁਸੀਂ ADGP ਚਲੇ ਗਏ ਨੇ BIO 'ਚੋਂ, ਪਹਿਲਾਂ ਵਰਿੰਦਰ ਕੁਮਾਰ ਜੀ, ਅਰਪਿਤ ਸ਼ੁਕਲਾ ਜੀ, ਤੇ ਫਿਰ ਅਸਥਾਨਾ ਸਾਹਿਬ ਦਾ ਇੱਕਦਮ CM ਦੀ ਮੀਟਿੰਗ ਤੋਂ ਪਹਿਲਾਂ ਛੁੱਟੀ ਦੇ ਉੱਤੇ ਚਲੇ ਜਾਣਾ, ਔਰ ਉਹਨਾਂ ਦੀ ਬਿਮਾਰੀ ਦਾ ਹਵਾਲਾ ਦਿੱਤਾ। ਮੈਂ ਉੱਤੇ ਬਿਲਕੁਲ ਕਮੈਂਟ ਨਹੀਂ ਕਰੂੰਗਾ। ਸੋ ਕਿਤੇ ਨਾ ਕਿਤੇ ਸਰਕਾਰ ਆਪਣੇ ਸਿਆਸੀ ਮੁਫਾਦ ਅਫਸਰਾਂ ਦੇ ਥਰੂ ਸਾਧਨਾ ਚਾਹੁੰਦੀ ਹੈ। ਪਰ ਦੇਖੋ, ਅਫਸਰ ਜਿਹੜੇ ਹੁੰਦੇ ਨੇ ਨਾ, ਸਾਰੇ ਅਫਸਰ ਇੱਕੋ ਜਿਹੇ ਨਹੀਂ ਹੁੰਦੇ। ਅਫਸਰਾਂ ਦੀ ਜ਼ਮੀਰ ਵੀ ਹੁੰਦੀ ਹੈ, ਚੰਗੇ ਅਫਸਰ ਵੀ ਹੁੰਦੇ ਨੇ, ਕਿਉਂਕਿ ਅਲਟੀਮੇਟਲੀ ਅਗਰ ਕੋਈ ਗਲਤ ਕੰਮ ਕਰੂਗਾ, ਅਗਰ ਕੋਈ ਕੋਰਟ ਦੀ ਅਵਮਾਨਨਾ ਕਰੂਗਾ ਤਾਂ ਭੁਗਤਣੀ ਉਸ ਅਫਸਰ ਨੂੰ ਪੈਣੀ ਹੈ। ਸੋ ਇਹ ਸਰਕਾਰ ਦੀ ਲਾਈਨ ਨੂੰ ਮੈਨੂੰ ਨਹੀਂ ਲੱਗਦਾ ਕੋਈ ਅਫਸਰ ਟੋ ਕਰਨਾ ਚਾਹੁੰਦਾ। ਇਸੇ ਲਈ ਜਿੰਨੇ ਸੀਨੀਅਰ ADGP ਨੇ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਹੋਣੇ। ਕੀ ਚਾਹੁੰਦੇ ਨੇ ਕਿ ਕੋਈ ਜੂਨੀਅਰ ਲੈਵਲ ਦਾ ਬੰਦਾ, ਕਲੇਰ ਸਾਹਿਬ, ਮੈਂ ਇੱਕ ਚੀਜ਼ ਹੋਰ ਸਮਝਣੀ ਚਾਹੁੰਦਾ, ਮੈਂ ਇੱਕ ਚੀਜ਼ ਹੋਰ ਤੁਹਾਡੇ ਤੋਂ ਸਮਝਣੀ ਚਾਹੁੰਦਾ ਹੈ। ਬੇਸਿਕਲੀ ਜਦੋਂ ਇਹੋ ਜੀ ਗੱਲਬਾਤ ਹੁੰਦੀ ਹੈ, ਇਹ ਪੋਲੀਟੀਕਲ ਲੀਡਰ ਆਮ ਕਰਦੇ ਨੇ ਕਿ ਅਸੀਂ ਫਲਾਣੇ ਨੂੰ ਫੜ ਕੇ ਅੰਦਰ ਦੇ ਦਿਆਂਗੇ, ਅਸੀਂ ਫਲਾਣੇ ਨੂੰ ਜੇਲ੍ਹ 'ਚ ਸਿੱਟਾਂਗੇ, ਫਲਾਣੇ ਨੂੰ ਐਂ ਕਰ ਦਿਆਂਗੇ। ਇਹ ਬਿਆਨਬਾਜ਼ੀ ਦਾ ਇੱਕ ਹਿੱਸਾ ਹੁੰਦੇ ਨੇ, ਪੋਲੀਟੀਕਲ ਬਿਆਨਬਾਜ਼ੀ, ਜਿਸ ਦਾ ਤੁਸੀਂ ਜ਼ਿਕਰ ਵੀ ਕਰ ਰਹੇ ਹੋ ਕਿ ਕੋਰਟ ਦੇ ਵਿੱਚ ਮੈਂਸ਼ਨ ਵੀ ਕੀਤੀ ਜਾਂਦੀ ਹੈ। ਬਟ ਬੀਇੰਗ ਐਡਵੋਕੇਟ ਮੈਂ ਤੁਹਾਨੂੰ ਇਹ ਅਕਾਲੀ ਦਲ ਦੇ ਜੇ ਆਪਾਂ ਪਾਸੇ ਰੱਖ ਦਈਏ, ਬੀਇੰਗ ਐਡਵੋਕੇਟ ਮੈਂ ਇੱਕ ਇਹ ਸਵਾਲ ਪੁੱਛਣਾ ਚਾਹੁੰਦਾ ਹੈ ਕਿ ਹੁਣ ਜਿਹੜੀ ਗੱਲ ਅੱਜ ਚਰਨਜੀਤ ਚੰਨੀ ਹੋਰਾਂ ਨੂੰ ਪੁੱਛੀ ਗਈ, ਜਾਂ 2 ਦਿਨ ਪਹਿਲਾਂ OP ਸੋਨੀ ਹੋਰਾਂ ਨੂੰ ਪੁੱਛੀ ਗਈ ਸੀ, ਤਾਂ ਉਹਨਾਂ ਨੇ ਪਹਿਲਾਂ OP ਸੋਨੀ ਨੇ ਇਹ ਗੱਲ ਕਹੀ ਸੀ ਕਿ ਅਸੀਂ ਕਿਸੇ ਨੂੰ ਅੰਦਰ ਦੇਣ ਵਾਲੇ ਕੌਣ ਹੁੰਦੇ ਆ, ਕਾਨੂੰਨ ਆਪਣਾ ਕੰਮ ਕਰੇਗਾ, ਕਾਨੂੰਨ ਦੇ ਮੁਤਾਬਕ ਹੋਏਗਾ। ਅੱਜ ਚਰਨਜੀਤ ਚੰਨੀ ਹੋਰਾਂ ਨੇ ਵੀ ਇਹ ਗੱਲ ਕਹੀ ਹੈ ਕਿ ਮੈਂ ਕਿਸੇ ਨੂੰ ਅੰਦਰ ਦੇਣ ਵਾਲਾ ਕੌਣ ਹੁੰਦਾ, ਕਾਨੂੰਨ ਆਪਣਾ ਕੰਮ ਕਰੇਗਾ। ਇਹਨਾਂ ਬਿਆਨਾਂ ਨੂੰ ਕਿਸ ਲਿਹਾਜ਼ ਨਾਲ ਦੇਖ ਰਹੇ ਹੋ? ਵਿਜੇਪਾਲ ਜੀ, ਗੱਲ ਬੜੀ ਸਪਸ਼ਟ ਹੈ ਕਿ ਜਿਹੜੀ ਇਹ ਕਾਂਗਰਸ ਦੀ ਸਰਕਾਰ ਹੈ, ਚਾਹੇ ਗੁਟਕਾ ਸਾਹਿਬ ਚੱਕ ਕੇ ਪੰਜਾਬੀਆਂ ਨਾਲ ਝੂਠੇ ਵਾਅਦੇ ਕਰਨੇ ਹੋਣ, ਚਾਹੇ ਇਹ ਕੂੜ ਪ੍ਰਚਾਰ ਹੋਵੇ, ਕਿਉਂਕਿ ਵਾਅਦੇ ਪੂਰੇ ਹੋਏ ਨਹੀਂ, ਨੌਨ ਪਰਫਾਰਮੈਂਸ ਤੇ ਘਿਰੀ ਹੋਈ ਹੈ, ਔਰ ਗਲਤ ਹੱਥਕੰਡੇ ਅਪਣਾ ਕੇ ਇਹ ਚਾਹੁੰਦੇ ਨੇ ਕਿ ਕਿਸੇ ਤੇ ਇਸੇ ਤਰੀਕੇ ਧੱਕੇ ਨਾਲ ਕੋਈ ਪਰਚਾ ਕਰ ਦਈਏ, ਲੋਕਾਂ ਦੀ ਵਾਹ ਖੱਟ ਲਈਏ ਤੇ ਲੋਕਾਂ ਦੇ ਵਿੱਚ ਜਾਣ ਲਈਏ ਹੋ ਜਾਈਏ। ਤਾਂ ਮੈਂ ਇਹ ਗੱਲ ਕਹਿ ਦਿਆਂ ਕਿ ਕਾਨੂੰਨ ਤੋਂ ਬਾਹਰ ਜਾ ਕੇ ਕੁਝ ਨਹੀਂ ਹੋਣਾ, ਕਾਨੂੰਨ ਦਾ ਰਾਜ ਹੈ। ਸੋ ਅੱਜ ਇਹਨਾਂ ਨੂੰ ਮੇਰੇ ਹਿਸਾਬ ਨਾਲ ਪਹਿਲਾਂ ਪੰਜਾਬੀਆਂ ਤੋਂ ਮਾਫੀ ਮੰਗਣੀ ਚਾਹੀਦੀ ਇਸ ਚਿੱਠੀ ਤੋਂ ਬਾਅਦ, ਔਰ ਫਿਰ ਮੁੱਖ ਮੰਤਰੀ ਸਮੇਤ ਕੈਬਨਿਟ ਨੂੰ ਰਿਜ਼ਾਈਨ ਕਰਨਾ ਚਾਹੀਦਾ। ਜਦੋਂ ਆਪਦਾ ਇੱਕ IG ਸਰਕਾਰ ਦੀ ਨੀਅਤ ਤੇ ਏਡੇ ਵੱਡੇ ਸਵਾਲ ਖੜੇ ਕਰਦੇ, ਤੁਸੀਂ ਦੇਖਿਓ ਨਾ ਮਹਾਰਾਸ਼ਟਰ ਦੇ ਵਿੱਚ ਪਰਮਵੀਰ ਸਿੰਘ IG ਸਾਹਿਬ ਜਿਹੜੇ ਕਮਿਸ਼ਨਰ ਸੀ, ਉਹਨਾਂ ਨੇ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਸੀ, ਅਨਿਲ ਦੇਸ਼ਮੁਖ ਸਾਹਿਬ ਨੂੰ ਰਿਜ਼ਾਈਨ ਕਰਨਾ ਪਿਆ ਸੀ। ਸੋ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਸਰਕਾਰ ਦੀ ਇਹ 2 ਵਾਰੀ ਫਜ਼ੀਅਤ ਹੋ ਚੁੱਕੀ ਹੈ। ਪਹਿਲਾਂ ਹਾਈ ਕੋਰਟ ਨੇ ਕੁੰਵਰ ਵਿਜੇ ਪ੍ਰਤਾਪ ਦੇ ਕੇਸ 'ਚ ਕੀਤੀ, ਹੁਣ ਹੋਈ। ਸੋ ਸਰਕਾਰ ਨੂੰ ਅਸਤੀਫਾ ਦੇਣਾ ਚਾਹੀਦਾ, ਅਸਤੀਫਾ ਦੇ ਕੇ ਇਹਨਾਂ ਨੂੰ ਪਰਾਂ ਹੋਣਾ ਚਾਹੀਦਾ, ਨਹੀਂ ਗਵਰਨਰ ਸਾਹਿਬ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਠੀਕ ਹੈ, ਧੰਨਵਾਦ ਸਾਡੇ ਨਾਲ ਜੁੜਨ ਲਈ, ਗੱਲਬਾਤ ਕਰਨ ਲਈ। ਅਰਸ਼ਦੀਪ ਕਲੇਰ ਐਡਵੋਕੇਟ ਨੇ, ਅਕਾਲੀ ਦਲ ਦੇ ਸਪੋਕਸਪਰਸਨ ਨੇ, ਔਰ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਘੱਟੋ ਘੱਟ ਸਰਕਾਰ ਨੇ ਮੰਨ ਲਿਆ ਕਿ ਚਿੱਠੀ ਸਹੀ ਹੈ। ਪੰਕਜ ਕਪਾਈ ਦਾ ਰੁਖ ਕਰਦੇ ਹਾਂ ਸਿੱਧਾ, ਸਾਡੇ ਸਹਿਯੋਗੀ ਜੁੜ ਰਹੇ ਨੇ। ਪੰਕਜ, ਕਾਫੀ ਪ੍ਰਤੀਕਰਮ ਆ ਰਹੇ ਨੇ, ਖਾਸ ਕਰਕੇ
ਐਸਕੇ ਅਸਥਾਨਾ ਵਾਲੀ ਚਿੱਠੀ ਨੂੰ ਲੈ ਕੇ, ਕਿਉਂਕਿ ਮੁੱਦੇ ਤੇ ਚਰਨਜੀਤ ਚੰਨੀ ਹੋਰਾਂ ਨੇ ਬਹੁਤ ਡਿਸਕਸ ਕੀਤੇ ਨੇ, ਬਹੁਤ ਐਲਾਨ ਵੀ ਕੀਤੇ ਨੇ, ਪਰ ਫੋਕਸ ਆ ਕੇ ਕਿਤੇ ਨਾ ਕਿਤੇ ਚਿੱਠੀ ਤੇ ਖੜਾ ਹੋ ਗਿਆ। ਬਿਲਕੁਲ, ਇਸ ਵੇਲੇ ਰਾਜਕੁਮਾਰ ਵੇਰਕਾ ਮੇਰੇ ਨਾਲ ਨੇ। ਇਸ ਚਿੱਠੀ ਮੁਤਲਕ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਅਕਾਲੀ ਦਲ ਇਹ ਕਹਿ ਰਿਹਾ ਹੈ ਕਿ ਮੁੱਖ ਮੰਤਰੀ ਨੇ ਮੰਨ ਲਿਆ ਕਿ ਚਿੱਠੀ ਲੀਕ ਹੋਈ ਹੈ ਔਰ ਉਸ ਚਿੱਠੀ ਦੇ ਵਿੱਚ ਜੋ ਕੁਝ ਹੋਇਆ, ਕਹਿੰਦੇ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਮਾਮਲੇ ਦੇ ਵਿੱਚ ਸਰਕਾਰ ਘਿਰੀ ਔਰ ਹੁਣ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਔਰ ਇੱਥੋਂ ਤੱਕ ਕਹਿ ਦਿੱਤਾ ਕਿ ਰਿਜ਼ਾਈਨ ਦੇਣਾ ਚਾਹੀਦਾ ਜਿਸ ਤਰੀਕੇ ਨਾਲ ਚਿੱਠੀ ਲੀਕ ਹੋਈ। ਕੋਈ ਅਕਾਲੀ ਦਲ ਦਾ ਤੇ ਚੋਰ ਮਚਾਏ ਸ਼ੋਰ ਵਾਲਾ ਕਾਰੋਬਾਰ ਆ। ਜਿਹੜੇ ਬੰਦੇ ਦੋਸ਼ੀ ਹੈ ਉਹੀ ਸ਼ੋਰ ਮਚਾ ਰਹੇ ਹੈ ਔਰ ਹੈਰਾਨਗੀ ਇਸ ਗੱਲ ਦੀ ਹੈ ਕਿ ਉਹਦੇ ਚ ਅਸਥਾਨਾ ਨੇ ਕਿਹਾ ਹੈ ਕਿ ਇਹ ਅਕਾਲੀ ਦਲ ਵਾਲੇ ਦੋਸ਼ੀ ਨਹੀਂ ਹੈ ਜਾਂ ਕੌਣ ਦੋਸ਼ੀ ਹੈ, ਦੱਸਿਆ ਕਿਸੇ ਨੇ। ਉਹ ਆਪਣੇ ਆਪ, ਕਿਉਂਕਿ ਉਹਨਾਂ ਦੇ ਜਨਮ ਕਿਉਂ ਕਿਹਾ ਕਿ ਚੋਰ ਦੀ ਦਾੜੀ ਤੜਕਾ, ਉਹ ਇਕੱਲਾ ਹੀ ਤੜਫੇ ਫਿਰਦੇ ਨਾ ਅਕਾਲੀ ਦਲ ਵਾਲੇ, ਦੂਜੇ ਦੇ ਕਿਸੇ ਨੂੰ ਢਿੱਡ 'ਚ ਪੀੜ ਨਹੀਂ ਹੋ ਰਹੀ। ਇਹ ਇਹਨਾਂ ਦੇ ਇਸ ਲਈ ਪੇਟ 'ਚ ਮਰੋੜ ਲੱਗੇ ਪਏ ਆ ਕਿ ਉਹਨਾਂ ਨੂੰ ਇਹ ਆ ਕਿ ਕਿਤੇ ਲਿਫਾਫਾ ਹਾਈ ਕੋਰਟ 'ਚ ਖੁੱਲ ਨਾ ਜਾਏ, ਲੇਕਿਨ ਉਹ ਖੁੱਲ ਜਾਣਾ। ਲੇਕਿਨ ਜਿਸ ਤਰੀਕੇ ਨਾਲ ਅਫਸਰ ਛੁੱਟੀ ਤੇ ਜਾ ਰਹੇ ਹੈ, ਅਫਸਰ ਚਿੱਠੀ ਲੀਕ ਉਹਨਾਂ ਦੀ ਹੋ ਰਹੀ ਹੈ, ਕਿਤੇ ਨਾ ਕਿਤੇ ਸਰਕਾਰ ਦੇ ਉੱਤੇ ਤਾਂ ਦਬਾਅ ਬਣ ਰਿਹਾ ਨਾ ਕਿ ਸਮਾਂ ਬੇਹੱਦ ਘੱਟ ਹੈ ਔਰ ਅਜਿਹੇ 'ਚ ਕੋਈ ਅਫਸਰ ਤਿਆਰ ਨਹੀਂ। ਅਕਾਲੀ ਦਲ ਤਾਂ ਕਹਿ ਰਿਹਾ, ਕਹਿੰਦੇ ਕੋਈ ਅਫਸਰ ਤਿਆਰ ਨਹੀਂ ਹੈ, ਸਾਜ਼ਿਸ਼ ਇੱਕ ਘੜੀ ਜਾ ਰਹੀ ਹੈ। ਅਫਸਰਾਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਅਕਾਲੀ ਦਲ ਕਰ ਰਿਹਾ ਹੈ, ਉਹਨਾਂ ਨੂੰ ਧਮਕਾ ਰਿਹਾ ਹੈ, ਡਰਾ ਰਿਹਾ ਹੈ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਕਹਾਂ, ਇਹ ਸਰਕਾਰ ਨੇ ਨਾ ਡਰਨਾ ਨਾ ਧਮਕਣਾ ਤੇ ਨਾ ਦੱਬਣਾ ਹੈ। ਔਰ ਅਸੀਂ ਇਹ ਗੱਲ ਦੀ ਵਾਸਤੇ ਜਾਂਚ ਕਰਾ ਰਹੇ ਹੈ ਕਿ ਇਹ ਜਿਹੜੀ ਚਿੱਠੀ ਹੈ ਇਹ ਕਿਸ ਤਰ੍ਹਾਂ ਲੀਕ ਹੋਈ, ਉਹ ਕਿੰਨੇ ਲੀਕ ਕਰਾਈ। ਇਹ ਸਾਰਾ ਦਿਨ ਉਹ ਆਪਣੀ ਫਾਈਲਾਂ ਦੇ ਪਿੱਛੇ ਲੱਗੇ ਹੋਏ ਆ ਔਰ ਉਹ ਜਾਂਚ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਆ ਔਰ ਉਹ ਨਹੀਂ ਚਾਹੁੰਦੇ ਕਿ ਚਾਹੇ ਇਹ ਡਰੱਗ ਦੇ ਮਾਮਲੇ ਦੇ ਵਿੱਚ ਸਵਾਲ ਜ਼ਰੂਰ ਪੁੱਛਿਓ ਕਿ ਅੱਧੇ ਲੀਡਰ ਕਹਿੰਦੇ ਆ ਅਸੀਂ ਫੜ ਕੇ ਅੰਦਰ ਦੇਵਾਂਗੇ, ਅੱਧੇ ਲੀਡਰ ਕਹਿੰਦੇ ਆ ਕਾਨੂੰਨ ਮੁਤਾਬਕ ਕਰਨਾ ਚਾਹੁੰਦੇ ਆ, ਡਿਸਟਰਬ ਕਰਨਾ ਚਾਹੁੰਦੇ ਆ। ਇਹਦੇ ਵਾਸਤੇ ਉਹਨਾਂ ਦੀ ਕੋਸ਼ਿਸ਼ਾਂ ਇਦਾਂ ਦੀਆਂ ਹੈਗੀਆਂ। ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਔਰ ਸਾਡੀ ਬੜੀ ਨੀਅਤ ਸਾਫ਼ ਹੈ। ਅਸੀਂ ਸਾਫ਼ ਨੀਅਤ ਨਾਲ ਇਹ ਗੱਲ ਕਹਿ ਰਹੇ ਹਾਂ ਕਿ ਅਸੀਂ ਦੋਸ਼ੀਆਂ ਨੂੰ ਫਾਈਲ ਆ ਕੇ ਲਵਾਂਗੇ। ਅੱਛਾ, ਇਹਦੇ ਨਾਲ ਹੀ ਨਾ ਵਿਜੇ ਹੋਰਾਂ ਦਾ ਇੱਕ ਸਵਾਲ ਹੈ। ਵਿਜੇ ਹੋਰੀ ਕਹਿ ਰਹੇ ਕਿ ਤੁਹਾਡੇ ਅੱਧੇ ਲੀਡਰ ਬਾਈ ਨੇਮ ਲੈ ਰਹੇ ਕਿ ਇਹਨਾਂ ਨੂੰ ਅਸੀਂ ਅੰਦਰ ਟੰਗਾਂਗੇ। ਸੁਖਜਿੰਦਰ ਰੰਧਾਵਾ ਹੋਰੀ ਨਾਮ ਲੈ ਰਹੇ, ਕੁਝ ਲੀਡਰ ਕਹਿ ਰਹੇ, ਤੁਸੀਂ ਵੀ ਕਹਿ ਰਹੇ ਕਾਨੂੰਨ ਮੁਤਾਬਕ ਕੰਮ ਹੋਏਗਾ, ਤੁਸੀਂ ਦੂਜੇ ਪਾਸੇ ਕਹਿ ਰਹੇ ਹੋ ਕਿ ਚੋਰ ਦੀ ਦਾੜੀ ਤਿਨਕਾ। ਤਾਂ ਲੀਡਰ ਵੰਡੇ ਕਿਉਂ ਹੋਏ ਨੇ? ਜਾਂ ਤਾਂ ਓਪਨਲੀ ਨਾਮ ਲੈਣ ਕਿ ਇਹ ਦੋਸ਼ੀ ਨੇ, ਇਹਨਾਂ ਦੇ ਉੱਤੇ ਐਕਸ਼ਨ ਹੋਏਗਾ, ਜਾਂ ਫਿਰ ਜਿਸ ਤਰੀਕੇ ਨਾਲ ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨ ਦੇ ਮੁਤਾਬਕ ਕੰਮ ਹੋਏਗਾ। ਬਈ ਮੈਂ ਕੀ ਕਹਿ ਰਿਹਾ, ਮੈਂ ਤੇ ਕਹਿ ਰਿਹਾ ਕਿ ਜਿਹੜਾ ਵੀ ਕੋਈ ਦੋਸ਼ੀ ਹੈ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਔਰ ਮੈਂ ਤਾਂ ਬਈ ਅਸੀਂ ਕੋਈ ਸੁਖਬੀਰ ਬਾਦਲ ਦਾ ਨਾਂ ਨਹੀਂ ਲਿਆ, ਮੈਂ ਬਿਕਰਮ ਮਜੀਠੀਆ ਦਾ ਨਾਂ ਨਹੀਂ ਲਿਆ, ਲੇਕਿਨ ਤੜਫ ਹੋ ਰਹੇ ਆ। ਮੈਂ ਤੇ ਇਹ ਗੱਲ ਕਹਿ ਰਿਹਾ ਤੇ ਜੇ ਦੋਸ਼ੀ ਨੇ ਤੇ ਭਾਈ ਤੜਫਦੇ ਕਿਉਂ ਪਏ ਜੇ? ਕੁਝ ਲੀਡਰ ਤੁਹਾਡੇ ਓਪਨਲੀ ਨਾਮ ਲੈ ਰਹੇ ਆ। ਉਹ ਬਈ ਗੱਲ ਮੈਂ ਕੀ ਕਹਿ ਰਿਹਾ, ਇਹ ਨਹੀਂ ਮੈਨੂੰ ਪਤਾ ਕਿਹਦੇ ਕੋਲ ਕੀ ਇਨਫੋਰਮੇਸ਼ਨ ਹੈ। ਮੈਨੂੰ ਇਹਨਾਂ ਕਾਨੂੰਨ ਦੇ ਬਾਰੇ ਜਾਣਕਾਰੀ ਆ ਕਿ ਜਿਹੜਾ ਵੀ ਕੋਈ ਦੋਸ਼ੀ ਹੈ ਉਹ ਬਚਣਾ ਨਹੀਂ ਚਾਹੀਦਾ। ਲੇਕਿਨ ਮੈਂ ਇਹ ਗੱਲ ਕਹਿ ਰਿਹਾ ਕਿ ਮੈਨੂੰ ਕੋਈ ਤਕਲੀਫ ਨਹੀਂ, ਮੈਂ ਤੜਫਦਾ ਨਹੀਂ, ਤੇ ਦੂਜੀ ਪਾਰਟੀਆਂ ਨੂੰ ਕੋਈ ਤਕਲੀਫ ਨਹੀਂ, ਕੋਈ ਤੜਫਦਾ ਨਹੀਂ, ਤੇ ਇਹ ਸਾਲੇ ਜੀਜੇ ਨੂੰ ਕਿਉਂ ਤਕਲੀਫ ਹੈ? ਇਹ ਦੋਨੇ ਕਿਉਂ ਤੜਫਦੇ ਆ? ਇਹਨਾਂ ਨੂੰ ਆਰਾਮ ਕਰਨਾ ਚਾਹੀਦਾ ਤੇ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ। ਤੇ ਜਿਸ ਤਰੀਕੇ ਨਾਲ ਪੂਰਾ ਸੁਖਬੀਰ ਬਾਦਲ ਹੋਰੀ ਕਹਿ ਰਹੇ ਹੈ ਕਿ जानबूझ के एक साजिश रची गई है, बस साजिश रची गई है, कोई दबाव बरगाड़ी कांड होया है, साजिश रची गई है, मैं कहना रची गई है। बैबल कला कांड, बरगाड़ी कांड होया, मैं कहना साजिश रची गई है। मैं कदों कहना साजिश नहीं रची गई, ये एक साजिश रची गई कि पंजाब दी जवानी नूं मारन वास्ते, पंजाब दीयां नस्लां नूं तबाह करन वास्ते साजिश रची गई है। हुणे 5 सालां फिर एक्शन तुहाडे वल्लों क्यों नज़र नहीं आया? गल नहीं समझदे। कानून आ ना एक हाई कोर्ट दे विच दोने ਜਿਹੜੇ ਆ ਕੇਸ ਲੰਬਿਤ ਪਏ ਸੀ, ਹੁਣ ਫਾਸਟ ਟਰੈਕ ਦੇ ਵਿੱਚ ਉਹ ਕੇਸਾਂ ਦੀ ਵਾਰੀ ਆ ਗਈ। ਹੁਣ ਕਸੂਰਵਾਰ ਦੇ ਗਿਰੇਬਾਂ ਤੇ ਹੱਥ ਪੈਣ ਦਾ ਦਿਨ ਆ ਗਿਆ ਔਰ ਉਹ ਦਿਨ ਦੀ ਉਡੀਕ ਜਿਹੜੀ ਸੀ ਉਹ ਦਿਨ ਆ ਗਿਆ ਸਾਹਮਣੇ। ਅਫਸਰ ਕਿਉਂ ਭੱਜ ਰਹੇ ਹੈ? ਅਫਸਰ ਬਾਰ-ਬਾਰ ਕਿਉਂ ਭੱਜ ਰਹੇ? ਅਫਸਰਾਂ ਦੇ ਬਾਰੇ ਮੈਨੂੰ ਨਹੀਂ ਪਤਾ ਕੌਣ ਭੱਜ ਰਿਹਾ ਕੌਣ ਨਹੀਂ ਭੱਜ ਰਿਹਾ, ਲੇਕਿਨ ਕਾਨੂੰਨ ਨਹੀਂ ਉਹ ਭੱਜਦਾ। ਜਿਹੜੀ ਚਿੱਠੀ ਦਾ ਜ਼ਿਕਰ ਮੁੱਖ ਮੰਤਰੀ ਨੇ ਕਿਹਾ ਕਿ ਇੱਕ ਪੋਰਸ਼ਨ ਹੈ, ਬਾਕੀ ਪੋਰਸ਼ਨ ਦੇ ਵਿੱਚ ਕੀ ਹੈ? ਮੁੱਖ ਮੰਤਰੀ ਕਹਿ ਰਹੇ ਕਿ ਬਹੁਤ ਵੱਡਾ ਪੋਰਸ਼ਨ ਅਜੇ ਸਾਹਮਣੇ ਨਹੀਂ ਆਇਆ। ਇਹ ਚਿੱਠੀ ਮੈਂ ਨਹੀਂ ਉਹ ਕੋਈ ਦੇਖੀ ਦੁਖੀ, ਇਹ ਚਿੱਠੀ ਸੀਕਰਟ ਡਾਕੂਮੈਂਟਸ ਹੈਗੇ ਆ। ਇਹ ਡਾਕੂਮੈਂਟ ਇਹ ਸੀਕਰਟ ਫਾਈਲ ਦਾ ਇੱਕ ਹਿੱਸਾ ਹੈਗਾ ਔਰ ਉਹ ਜੇਕਰ ਉਹ ਲੀਕ ਹੋਈ ਆ, ਇਹਦੇ ਪਿੱਛੇ ਦੋਸ਼ੀ ਕੌਣ ਹੈ ਇਹ ਪਤਾ ਲੱਗਣਾ ਚਾਹੀਦਾ। ਔਰ ਉਹ ਜਿਹੜੀ ਕੰਪਲੀਟ ਰਿਪੋਰਟ ਹੈਗੀ ਹੈ ਉਹ ਮੈਂ ਬਿਲਕੁਲ ਟੀਵੀ ਦੇ ਸਾਹਮਣੇ ਨਾ ਕਵਾਂਗਾ, ਜੇ ਮੈਨੂੰ ਪਤਾ ਵੀ ਹੋਏਗਾ ਨਾ ਮੈਂ ਦੱਸਾਂਗਾ। ਅਸਥਾਨਾ ਹੋਰਾਂ ਦੀ ਇਸ ਵੇਲੇ ਤਬੀਅਤ ਕਿਵੇਂ ਹੈ?
ਬਈ ਉਹ ਮੈਨੂੰ ਲੱਗਦਾ ਹੈ ਕਿ ਉਹ ਜਲਦੀ ਤੰਦਰੁਸਤ ਹੋਣੇ ਚਾਹੀਦੇ, ਅਸੀਂ ਦੁਆ ਕਰ ਉਹੀ ਰਹਿਣਗੇ ਜਾਂ ਬਦਲ ਕੇ ਕੋਈ ਹੋਰ ਲਾ ਦਿੱਤੇ ਜਾਣ? ਇਹ ਕਿਹਾ ਵੀ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਔਰ ਦੋਸ਼ੀ ਕੋਈ ਵੀ ਹੋਏ, ਅਫਸਰ ਕੋਈ ਵੀ ਹੋਏ, ਅਫਸਰ ਜਿਹੜੇ ਨੇ ਇਹ ਡਿਊਟੀ ਤੇ ਵਾਪਸ ਆਣਗੇ ਜਾਂ ਇਹਨਾਂ ਦੀ ਥਾਂ ਕਿਸੇ ਹੋਰ ਨੂੰ ਨਿਯੁਕਤ ਕੀਤਾ ਜਾਏਗਾ? ਮੇਰੇ ਖਿਆਲ ਇਹ ਵਾਪਸ ਆਣਗੇ, ਇਹ ਕੰਮ ਕਰਨਗੇ। ਤਾਂ ਰਾਜਕੁਮਾਰ ਵੇਰਕਾ ਹੋਰੀ ਕਹਿ ਰਹੇ ਨੇ ਕਿ ਵਾਪਸ ਆਣਗੇ, ਡਿਊਟੀ ਜੁਆਇਨ ਕਰਨਗੇ ਔਰ ਨਾਲ ਹੀ ਨਾਲ ਅਕਾਲੀ ਦਲ ਤੇ ਨਿਸ਼ਾਨਾ ਜਿਹੜਾ ਉਹ ਸਾਧ ਰਹੇ ਨੇ ਵਿਜੇ। ਠੀਕ ਹੈ ਪੰਕਜ, ਧੰਨਵਾਦ, ਸ਼ੁਕਰੀਆ ਇਸ